अपने प्यो वाला चैनल बना लिया, जितेगा पंजाब उतों ही भौंक भूंक के हट जाता है। मेरे बच्चे मेरे छोने फलाने ड्रामे करते हैं, असं छच्चे छुच्चे बंदे आ सच्चे सुच्चे बंदियां दे हलके दे विच लोकी रोटी नूं भी तरस रहे ने। डायलॉग बड़ा चलता भी बूटा गालां कढदा ते फिर ये गल्लां ना करो। तुसीं गरीबां दे उत्ते परचे देई जांदे ते तगड़ियां नूं कुछ कहिंदे नहीं। ये काम नहीं मारा खाना, मैं सारे तुहाडे चौकी बाहर ले आउणे जे दे दो जेड़ा तुसीं परचा देना। पीपी किट्टां डॉक्टरां नूं दित्तियां जिहड़ियां उन्हां पा के इलाज करना हुंदा, ਉਹਦੇ ਵਿੱਚ ਘਪਲਾ ਨਿਕਲ ਆਇਆ। ਕੱਲ ਇਹਨਾਂ ਨੂੰ ਉਹਦੀ ਜਾਂਚ ਬਿਠਾਉਣੀ ਪਈ। ਦੋਸਤੋ ਅੱਜ ਮੈਂ ਜਿਹੜੇ ਪਿੰਡ ਦੇ ਤੁਹਾਨੂੰ ਹਾਲਾਤ ਵਿਖਾਉਣ ਲੱਗਾ, ਇਹ ਮੂਧਲ ਨਾਂ ਦਾ ਪਿੰਡ ਹੈ ਔਰ ਇਹਦੀ ਜਿਹੜੇ ਨੁਮਾਇੰਦਗੀ ਕਰਦੇ ਨੇ ਉਹਨੂੰ ਮੇਰਾ ਖਿਆਲ ਆ ਵੀ ਦੇਸ਼ ਦੇ ਨਾਲ ਵਿਦੇਸ਼ਾਂ ਦੇ ਵਿੱਚ ਵੀ ਜਾਣਿਆ ਜਾਂਦਾ ਹੈ। ਨਵਜੋਤ ਸਿੰਘ ਸਿੱਧੂ ਇੱਥੋਂ ਦੇ ਐਮਐਲਏ ਨੇ ਔਰ ਇਸ ਪਿੰਡ ਨੂੰ ਉਹਨਾਂ ਨੇ ਗੋਦ ਲਿਆ ਸੀਗਾ। ਗੋਦ ਵੀ ਇੱਥੇ ਗਲੀਆਂ ਵੀ ਮੈਂ ਬਣਾਉਂ, ਸੜਕਾਂ ਵੀ ਮੈਂ ਬਣਾਉਂ, ਇੱਥੋਂ ਦੇ ਨਿਆਣਿਆਂ ਨੂੰ ਨੌਕਰੀਆਂ ਵੀ ਮੈਂ ਦਊਂ। ਸਾਰੇ ਪਿੰਡ ਦੀ ਜ਼ਿੰਮੇਵਾਰੀ ਤੇ ਗੋਦ ਲੈਣ ਦਾ ਤੁਸੀਂ ਮਤਲਬ ਸਮਝਦੇ ਹੋ ਕਿ ਆਪਣੇ ਨਿਆਣਿਆਂ ਵਾਂਗੂ ਪਾਲਣਾ। ਇੱਥੋਂ ਦੇ ਹਾਲਾਤ ਵੇਖੋ, ਨਾ ਇੱਥੇ ਸੀਵਰ, ਨਾ ਇੱਥੇ ਸੜਕਾਂ, ਨਾ ਇੱਥੇ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ। 1 ਮਹੀਨੇ ਤੋਂ ਕਿਸੇ ਨੇ ਰਾਸ਼ਨ ਨਹੀਂ ਪੁੱਛਿਆ ਇੱਥੇ ਇਹਨਾਂ ਨੂੰ। ਫਿਰ ਇਹ ਕਹਿੰਦੇ ਆ ਵੀ ਉਹ ਡਾਇਲੌਗ ਬੜਾ ਚੱਲਦਾ ਵੀ ਬੂਟਾ ਗਾਲਾਂ ਕੱਢਦਾ। ਤੁਹਾਨੂੰ ਗਾਲਾਂ ਨਾ ਕੱਢਣੇ ਲੋਕ ਤੇ ਫਿਰ ਕੀ ਕਰਨ ਹੁਣ? ਜਿੰਨੀ ਵਾਰੀ ਵੀ ਵੋਟਾਂ ਹੁੰਦੀਆਂ, ਚਾਹੇ ਸਰਪੰਚੀ ਦੀਆਂ, ਚਾਹੇ ਜ਼ਿਲ੍ਹਾ ਪਰਿਸ਼ਦ ਦੀਆਂ ਔਰ ਚਾਹੇ ਇਹਨਾਂ ਦੀਆਂ ਆਪਣੀਆਂ, ਚਾਹੇ ਐਮਪੀ ਦੀਆਂ, ਉਦੋਂ ਆ ਕੇ ਸਾਡੀਆਂ ਮਾਵਾਂ ਭੈਣਾਂ ਨੂੰ ਪਾਉਂਦੇ ਨੇ ਮੋਢਿਆਂ ਤੇ ਹੱਥ ਰੱਖ ਕੇ ਜੱਫੀਆਂ। ਮੇਰੀਆਂ ਭੈਣਾਂ, ਮੇਰੇ ਬੱਚੇ, ਮੇਰੇ ਛੋਣੇ ਫਲਾਣੇ ਡਰਾਮੇ ਕਰਦੇ ਨੇ, ਅਸੀਂ ਛੱਚੇ ਛੁੱਚੇ ਬੰਦੇ। ਆ ਸੱਚੇ ਸੁੱਚੇ ਬੰਦਿਆਂ ਦੇ ਹਲਕੇ ਦੇ ਵਿੱਚ ਲੋਕੀ ਰੋਟੀ ਨੂੰ ਵੀ ਤਰਸ ਰਹੇ ਨੇ ਔਰ ਇਹਨਾਂ ਲੋਕਾਂ ਦੇ ਹਾਲਾਤ ਅੱਜ ਮੈਂ ਤੁਹਾਡੇ ਸਾਹਮਣੇ ਵਿਖਾਏ ਨੇ ਵੀ ਇਹ ਗੋਦ ਲਈ ਚੀਜ਼ ਦਾ ਹੱਲ ਕਰੀਦਾ। ਤੁਸੀਂ ਜਿੱਥੇ ਜਿੱਥੇ ਵੀ ਰਾਸ਼ਨ ਵੰਡਿਆ, ਸਿੱਧੂ ਸਾਹਿਬ ਆਪਣੇ ਕਾਉਂਸਲਰਾਂ ਨੂੰ ਵੰਡਿਆ ਔਰ ਪਹਿਲੀ ਗੱਲ ਮੈਂ ਹਰ ਵਾਰੀ ਇਹ ਕਹਿ ਮਰ ਜਾਣਾ ਕਿ ਕਿਸੇ ਵੀ ਪਾਰਟੀ ਦਾ ਕਾਉਂਸਲਰ ਸਰਪੰਚ ਦੂਜੇ ਬੰਦੇ ਨੂੰ ਰਾਸ਼ਨ ਨਹੀਂ ਦਿੰਦਾ, ਦੂਜੀ ਪਾਰਟੀ ਵਾਲੇ ਨੂੰ। ਪਹਿਲਾਂ ਤੇ ਤੁਸੀਂ 1 ਮਹੀਨਾ ਮੰਨਿਆ ਹੀ ਨਹੀਂ ਕਿ ਰਾਸ਼ਨ ਸਰਕਾਰ ਦਾ, ਤੁਸੀਂ ਤੋੜਿਆਂ ਦੇ ਉੱਤੇ ਆਪਣੀ ਫੋਟੋ ਲਾਉਂਦੇ ਰਹੇ। ਜਦੋਂ ਮੈਂ ਤੁਹਾਡੀ ਡਿਟੇਲ ਲੈ ਕੇ ਆਇਆ ਤੇ ਫਿਰ ਉਹਦੇ 'ਚ ਮੈਂ ਦੱਸਿਆ ਕਿ 6000 ਬੈਗ ਜਿਹੜਾ ਤੁਹਾਨੂੰ ਮਿਲਿਆ। ਫਿਰ ਤੁਸੀਂ ਪਰਸੋਂ ਆਪਣੇ ਉਹ ਜਿੱਤੇਗਾ ਪੰਜਾਬ ਦੇ ਉੱਤੇ ਦੱਸਿਆ ਚੈਨਲ ਤੇ। ਮੈਂ ਡੀਸੀ ਨੂੰ ਬੁਲਾਇਆ ਸੀ, ਮੈਂ ਫਲਾਣੇ ਬੰਦੇ ਨੂੰ ਬੁਲਾਇਆ, ਉਹ 4000 ਮੈਨੂੰ ਤੋੜਾ ਦੇ ਗਿਆ, ਫਲਾਣਾ ਦੇ ਗਿਆ। ਆ ਤੁਹਾਡੇ ਗੋਦਲੇ ਪਿੰਡ ਦਾ ਹਾਲ ਹੈ। ਇਹਨਾਂ ਲੋਕਾਂ ਨੂੰ ਅੱਗੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਦੇ ਝਾਂਸਿਆਂ 'ਚ ਨਾ ਹੋ। ਇਹ ਤੇ ਆਪਣੇ ਜੰਮੇ ਨਿਆਣਿਆਂ ਨੂੰ ਸਾਲ ਨਹੀਂ ਮਿਲਦੇ ਜਿਹੜੇ ਇਹਨਾਂ ਦੀ ਗੋਦ 'ਚ ਜੰਮੇ ਆ। ਤੁਹਾਨੂੰ ਗੋਦ ਲੈ ਕੇ ਕੀ ਕਰ ਲੈਣਗੇ? ਔਰ ਅੱਜ ਦੇਖੋ ਹਾਲਾਤ ਕੀ ਆ। 3-4 ਦਿਨ ਪਹਿਲਾਂ ਇਹਨਾਂ ਨੇ ਇੱਕ ਵੀਡੀਓ ਪਾਈ, ਸਾਡੇ ਕੋਲ ਰਾਸ਼ਨ ਨਹੀਂ ਹੈ ਔਰ ਪੁਲਿਸ ਨੂੰ ਕਹਿ ਕੇ ਇੱਥੇ ਕੋਈ ਨੌਜਵਾਨਾਂ ਦੇ ਉੱਤੇ ਪਰਚਾ ਦਰਜ ਕਰਾ ਦਿੱਤਾ ਗਿਆ ਕਿ ਮਾਸਕ ਨਹੀਂ ਪਾਏ। ਮੇਰਾ ਸਵਾਲ ਹੈ ਇੱਕ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਤੇ ਸਾਰ ਨਵਜੋਤ ਸਿੰਘ ਸਿੱਧੂ ਨੂੰ, ਇੱਕ ਧਨਾੜ ਬੰਦਾ ਦੱਸ ਦਿਓ, ਇੱਕ ਵੱਡਾ ਬੰਦਾ ਦੱਸ ਦਿਓ ਜਿੱਤੇ ਮਾਸਕ ਨਾ ਪਾਉਣ ਦਾ ਪਰਚਾ ਦਿੱਤਾ ਹੋਵੇ। ਇਹ ਗਰੀਬ ਲੋਕਾਂ ਨੂੰ ਇਹ ਪਰਚੇ ਦਿੰਦੇ ਹੋ, ਇਹਨਾਂ ਦੇ ਉੱਤੇ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ। ਲੋਕਾਂ ਕੋਲ ਹਾਲਾਤ ਮੈਂ ਇਹਨਾਂ ਨੂੰ ਵਰਦੀਆਂ ਵੇਲੇ ਇਹੋ ਜਿਹੇ ਵਿਖਾਏ ਸੀ ਕਿ ਲੋਕਾਂ ਕੋਲ ਤੇ ਪਾਉਣ ਲਈ ਕੱਪੜੇ ਨਹੀਂ ਹੈਗੇ। ਕਿੱਥੋਂ ਕੱਪੜਿਆਂ ਦੇ ਮਾਸਕ ਬਣਾ ਲੈਣ? ਜਾਂ ਤੇ ਘਰੋਂ ਘਰੀ ਮਾਸਕ ਵੰਡੋ ਤੇ ਫੇਰ ਇਹ ਲੋਕ ਪਾਉਣ ਤੇ ਫੇਰ ਇਹਨਾਂ ਦੇ ਪਰਚੇ ਦਿਓ। ਤੇ ਜੇ ਪੱਤਰਕਾਰਾਂ ਨੂੰ ਮੈਂ ਕਹਿ ਕੇ ਘੱਲਦਾ ਵੀ ਸਿੱਧੂ ਕੋਲੋਂ ਸਵਾਲ ਕਰੋ ਇਹਨਾਂ ਚੀਜ਼ਾਂ ਦੇ, ਤੇ ਸਿੱਧੂ ਸਾਹਿਬ ਕਿਸੇ ਪੱਤਰਕਾਰ ਨੂੰ ਜਵਾਬ ਹੀ ਨਹੀਂ ਦਿੰਦੇ। ਆਪਣੇ ਪਿਓ ਵਾਲਾ ਚੈਨਲ ਬਣਾ ਲਿਆ, ਜਿੱਤੇਗਾ ਪੰਜਾਬ ਉਥੋਂ ਹੀ ਭੌਂਕ ਭੂੰਕ ਕੇ ਹਟ ਜਾਂਦਾ। ਲੋਕਾਂ ਨੂੰ ਸੁਣਨਾ ਹੀ ਪਸੰਦ ਨਹੀਂ ਕਰਦਾ, ਲੋਕਾਂ ਦੀਆਂ ਗੱਲਾਂ ਸੁਣਨੀਆਂ ਹੀ ਪਸੰਦ ਨਹੀਂ ਕਰਦਾ। ਆਪਣੇ ਆਲੇ ਦੁਆਲੇ ਆਪਣੇ ਚੇਲਿਆਂ ਦਾ, ਚਾਪਲੂਸਾਂ ਦਾ ਝੁਰਮਟ ਜਿਹੜਾ ਬਣਾ ਕੇ ਰੱਖਦਾ। ਉਹਦੇ 2 ਕਾਰਨ ਨੇ ਸਾਰ ਨਵਜੋਤ ਸਿੰਘ ਸਿੱਧੂ ਜੀ। ਪਹਿਲੀ ਗੱਲ ਤੇ ਤੁਹਾਡੀ ਜ਼ੁਬਾਨ ਦੇ ਉੱਤੇ ਤੁਹਾਡਾ ਕੰਟਰੋਲ ਨਹੀਂ ਹੈਗਾ। ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕੀ ਬੋਲ ਦੇਣਾ ਤੇ ਮੁੜ ਕੇ ਤੁਸੀਂ ਬਿਪਤਾ ਨੂੰ ਫੜੇ ਜਾਂਦੇ ਹੋ। ਅਗਲੇ ਘਰ ਤੁਹਾਨੂੰ ਵਿਹਲਾ ਕਰਕੇ ਭਾ ਦਿੰਦੇ ਨੇ। ਦੂਜਾ ਇਹਦੇ ਕੋਲ ਕਿਸੇ ਚੀਜ਼ ਦਾ ਜਵਾਬ ਹੀ ਨਹੀਂ, ਕਿਉਂਕਿ ਝੂਠ ਇੰਨੇ ਜ਼ਿਆਦਾ ਤੋਲਦਾ ਕਿ ਲੋਕੀ ਜਦੋਂ ਪੁੱਛਦੇ, ਅੱਜ ਕੱਲ ਵੀਡੀਓ ਨਿਕਲ ਆਉਂਦੀ ਆ ਪੁਰਾਣੀ, ਉਹਦੇ ਉੱਤੇ ਇਹਦੇ ਕੋਲ ਜਵਾਬ ਹੀ ਨਹੀਂ ਦਿੱਤਾ ਜਾਂਦਾ। ਅੱਜ ਮਹੀਨੇ ਕੁ ਤੋਂ ਲੋਕ ਭੁੱਖੇ ਸੀਗੇ, ਮਹੀਨੇ ਕੁ ਤੋਂ ਰਾਸ਼ਨ ਮੰਗ ਰਹੇ ਨੇ ਉਹਦੇ ਕੋਲ, ਤੇ ਸਿੱਧੂ ਸਾਹਿਬ ਬੈਗਾਂ ਦੇ ਉੱਤੇ ਆਪਣੀ ਫੋਟੋ ਲਾ ਕੇ ਰਾਸ਼ਨ ਵੰਡ ਰਹੇ ਸੀ ਕਿ ਮੈਂ ਲਿਆਂਦਾ ਰਾਸ਼ਨ। ਜਿੱਥੇ ਮੈਂ ਪੁਲਿਸ ਦੀ ਚੰਗੇ ਕੰਮਾਂ ਲਈ ਹਮਾਇਤ ਕਰਦਾ, ਮੈਂ ਇੱਥੋਂ ਦੇ ਥਾਣੇਦਾਰ ਨੂੰ ਵੀ ਕਹਿ ਦਿੰਦਾ ਕਿ ਇਹਨਾਂ ਲੋਕਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਕਰੀ, ਜੇ ਇਸ ਤੋਂ ਬਾਅਦ ਇਹਨਾਂ ਦੇ ਉੱਤੇ ਪਰਚਾ ਦੇਣਾ ਤੇ ਨਹੀਂ ਤੇ ਲੋਕ ਤੇਰੀ ਚੌਂਕੀ ਬਾਹਰ ਆ ਕੇ ਬਹਿ ਜਾਣਗੇ, ਭਾਵੇਂ ਪਰਚੇ 302 ਦੇ ਲਈ। ਜਿਹਦੇ ਘਰ ਰੋਟੀ ਨਹੀਂ ਪੱਕਣੀ ਉਹਨੇ ਸੜਕ ਦੇ ਉੱਤੇ ਆਉਣਾ ਨਹੀਂ। ਇਹਨਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਨਾਲੋਂ ਜੇ ਤੇਰੇ ਕੋਲ ਚੌਂਕੀ 'ਚ ਰਾਸ਼ਨ ਦਾ ਇੰਤਜ਼ਾਮ ਨਹੀਂ ਹੁੰਦਾ ਤੇ ਸਾਨੂੰ ਦੱਸ, ਅਸੀਂ ਕਰਕੇ ਦੇਵਾਂਗੇ। ਔਰ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਦੱਸ ਦਵਾਂ ਕਿ ਜਿਸ ਦਿਨ ਤੋਂ ਇਹ ਰਾਸ਼ਨ ਵੰਡਣਾ ਸ਼ੁਰੂ ਕੀਤਾ ਸੀ ਸਰਕਾਰ ਨੇ ਕਾਉਂਸਲਰਾਂ ਤੇ ਸਰਪੰਚਾਂ ਰਾਹੀਂ, ਮੈਂ ਉਸ ਦਿਨ ਤੋਂ ਹੀ ਕਿਹਾ ਸੀ
ਕਿ ਇਸ ਮਹਾਮਾਰੀ ਦੇ ਵਿੱਚ, ਇਸ ਵਿਪਤਾ ਦੇ ਵਿੱਚ ਅੱਗੋਂ ਕਿੰਨੇ ਘਪਲੇ ਹੋਣੇ ਉਹਦਾ ਪਤਾ ਹੀ ਨਹੀਂ ਤੇ ਹੌਲੀ ਹੌਲੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਆ। ਲੋਕੀ ਰਾਸ਼ਨ ਦੇ ਵਿੱਚ ਵੀ ਆਪਣੇ ਘਰਾਂ 'ਚ ਜਮ੍ਹਾਂ ਕਰ ਰਹੇ ਆ। ਸਰਪੰਚ ਤੇ ਕਾਉਂਸਲਰ ਉਹਦੇ ਨਾਲ ਨਾਲ ਜਿਹੜੀਆਂ ਡਾਕਟਰ ਨੂੰ ਪੀਪੀ ਕਿੱਟ ਦਿੱਤੀਆਂ ਸੀ ਉਹਨਾਂ 'ਚ ਵੀ ਘਪਲੇ ਚੱਲ ਰਹੇ ਆ। ਸਰਕਾਰ ਨੇ ਹੁਣ ਪੀਪੀ ਕਿੱਟ ਦੇ ਉੱਤੇ ਵੀ ਇਨਕੁਆਇਰੀ ਬਿਠਾ ਦਿੱਤੀ ਆ। ਮੈਂ ਪੁੱਛਣਾ ਚਾਹੁੰਦਾ ਕਿ ਜਿਹੜੀਆਂ ਪਹਿਲਾਂ ਇਨਕੁਆਇਰੀਆਂ ਬੈਠੀਆਂ ਸੀਗੀਆਂ, ਦੁਸਹਿਰੇ ਤੇ ਜਾਂਚ ਬਿਠਾਈ ਉਹਦਾ ਕੀ ਕੀਤਾ? ਬਟਾਲਾ ਕਾ ਬੰਬ ਬਲਾਸਟ ਹੋਇਆ ਉਹਦਾ ਕੀ ਕੀਤਾ? ਵਰਦੀਆਂ ਮਾਰੀਆਂ ਆਈਆਂ ਉਹਦਾ ਕੀ ਕੀਤਾ? ਬਾਈਬਲ ਦੀ ਜਾਂਚ ਦਾ ਕੀ ਬਣਿਆ? ਬਰਗਾੜੀ ਦੀ ਜਾਂਚ ਦਾ ਕੀ ਬਣਿਆ? ਨਸ਼ਿਆਂ ਦਾ ਕੀ ਬਣਿਆ? ਨਸ਼ਿਆਂ ਵਾਲੀ ਜਾਂਚ ਦਾ ਇਨਕੁਆਇਰੀਆਂ ਤੇ ਇਨਕੁਆਇਰੀਆਂ ਬਿਠਾਈ ਜਾਂਦੇ ਹੋ ਤੇ ਜੇ ਰਾਸ਼ਨ ਦੇ ਕੇ ਲੋਕਾਂ ਦਾ ਮੂੰਹ ਵੀ ਕਾਲਾ ਕਰਨ ਦੇ ਹੋ ਤੇ ਕੱਲੇ ਕੱਲੇ ਘਰ ਦੇ ਵਿੱਚ ਤੇ ਦੋ 10 ਕਿਲੋ ਆਟਾ ਦਿੰਦੇ ਹੋ, 2 ਕਿਲੋ ਦਾਲ ਤੇ 2 ਕਿਲੋ ਖੰਡ, ਉਹ ਵੀ ਤੁਹਾਡੇ ਜਿਹੜੇ ਸਰਪੰਚ ਕਾਉਂਸਲਰ ਆ ਅੱਧੀ ਅੱਧੀ ਕਰਕੇ ਲੋਕਾਂ ਨੂੰ ਦਿੰਦੇ ਆ। ਅੱਜ ਸਾਰਾ ਜਿਹੜਾ ਤੁਸੀਂ ਆਪਣੀ ਕਮਾਂਡ ਆਪਣੇ ਹੱਥਾਂ 'ਚ ਲਈ ਹੋਈ ਹੈ ਸਰਕਾਰ ਦੇ ਰਾਸ਼ਨ ਤੇ ਮੈਂ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਤੁਸੀਂ ਲੋਕਾਂ ਨੂੰ ਨਜ਼ਰਬੰਦ ਕਰ ਦਿੱਤਾ, ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹੋ। ਤੁਹਾਡੇ ਹੱਥ 'ਚ ਸਾਰਾ ਕੁਝ, ਤੁਹਾਡੇ ਰਾਸ਼ਨ ਦੇ ਉੱਤੇ 2 ਲੈਣਾ ਮੈਂ ਰਾਹਤ ਤੰਦੋਰੀ ਦੀਆਂ ਬੋਲ ਕੇ समाप्ति कर लगा कि क्या खबर आएगी अखबार को तय करना है। साहब अपने घर में मुझे क्या खाना पकाना क्या है, साहब अपने घर में मुझे क्या खाना पकाना क्या है, ये भी मुझको नहीं सरकार को तय करना है।